जी का खालसा वाहिगुरु जी की फतेह। सतनाम श्री वाहिगुरु साहिब जी। गुरु नानक पद पंकज बंदन, पद पंकज बंदन। सिमरो अंगद दुख निकंदन। गुरु अमरदास हृदय नित ध्याऊं, हृदय नित ध्याऊं। श्री गुरु रामदास गुण गावों। गुरु अर्जुन बिघ्नन के नाशक, बिघ्नन के नाशक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाओ बहोरी। गुर तेग बहादुर परम किरपाला, सतगुर परम किरपाला। श्री गुरु गोबिंद सिंह विसाला। तरो तरा तर पुन पुन सीसा, वाहिगुरु पुन पुन सीसा। बंदो बार बार जगदीशा। एक अंकारा सतगुरु ते प्रसाद सच होए। वाहिगुरु जी की फतेह है, बिघ्न विनाशन सोए। कहाँ बुद्ध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप लिहो तुम कथा सुधारी। हम न सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। दोहरा मल्लू शाही आय कर, श्री अंगद के पास। कर बंधन बैठ्यो निकट, बेनती कीन प्रकाश। वाहिगुरु जी का खालसा, वाहिगुरु जी की फतेह। तन तन अंतरजामी गुरु गरीब निवाज, सच्चे पातशाह चवर छतर तखत दे मालक, कलयुग दे तारनहार। धन धन श्री गुरु ग्रंथ साहिब महाराज सच्चे पातशाह। उन्हां दी पावन पवित्र हजूरी का आनंद माण रही गुरु का खास रूप गुरु सवारी गुरु खालसा साध संगत जी। आप समूह साध संगत ने भाई बख्शीश सिंह जी के जत्थे पासों बड़े प्रेम दे नाल अज जिथे श्री गुरु ग्रंथ साहिब महाराज जी का गुरता गद्दी दिवस है, वो पावन पवित्र गुरबाणी की उस्तत दे शब्द सरवण कीते ने। धुर की बाणी आई तिन सगली चिंत मिटाई, दयाल पुरख मेहरबाना हर नानक सच वखाना। सच्चे पातशाह महाराज जी की धुर की बाणी धन श्री गुरु ग्रंथ साहिब सच्चे पातशाह जी का अज पावन पवित्र गुरता गद्दी का दिवस का दिहाड़ा है। ट्यूक मात्र इतिहास पहला जरूर सच्चे पातशाह जी का गुरता गद्दी का रल मिल के विचार लईए। उपरंत किवें गुरु अंगद देव महाराज जी कोल अज एक योधा सिख जिहड़ा जंग युद्ध करदा है, भाई मल्लू शाह, वो महाराज कोल उपदेश लैण आया है। वो बाणी फेर सरवण करांगे जो कि किरत कविराज भाई संतोख सिंह जी ने श्री गुरु प्रताप सूरज ग्रंथ के अंदर इतिहास लिखिया है। आओ प्रेम दे नाल कलगीधर पातशाह महाराज ने
ਜਿਸ ਤਰ੍ਹਾਂ ਗੁਰਿਆਈ ਦਾ ਤਿਲਕ ਆਪਣੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਿੱਤਾ ਹੈ, ਉਹ ਪ੍ਰੇਮ ਦੇ ਨਾਲ ਇਤਿਹਾਸ ਸਰਵਣ ਕਰਨ ਦੇ ਲਈ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ। ਰਸਨਾ ਦੀ ਪਵਿੱਤਰਤਾ ਦੇ ਲਈ, ਹਿਰਦੇ ਦੀ ਸ਼ੁੱਧੀ ਦੇ ਲਈ ਗੁਰਮੰਤਰ ਰਲ ਮਿਲ ਕੇ ਖਾਲਸਾ ਜੀ ਉਚਾਰਨ ਕਰੀਏ। ਆਖਣਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ, ਸਾਹੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ 1708 ਈਸਵੀ ਅਤੇ 1765 ਬਿਕਰਮੀ ਬਣਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਦੀਵਾਲੀ ਤੋਂ 2 ਦਿਨ ਬਾਅਦ ਦੂਜ ਵਾਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਚੰਦਨ ਦੇ ਨਾਲ ਤਿਲਕ ਲਗਾ ਕੇ 5 ਪੈਸੇ ਤੇ ਨਾਰੀਅਲ ਸ਼੍ਰੀ ਅਬਚਲ ਨਗਰ ਨਾਂਦੇੜ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਉਸ ਪਾਵਨ ਪਵਿੱਤਰ ਧਰਤੀ ਤੇ ਮੱਥਾ ਟੇਕ ਕੇ ਕਿਹਾ, ਸੰਗਤ ਜੀ, ਅੱਜ ਤੋਂ ਦੇਹਧਾਰੀ ਗੁਰੂ ਦੀ ਮਰਿਆਦਾ ਅਸੀਂ ਬੰਦ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਸਪੁਰਦ ਕਰਦੇ ਹਾਂ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਇਹ ਕੌਤਕ ਕੀਤਾ ਹੈ, ਖਾਲਸਾ ਜੀ ਇੱਕ ਦਿਨ ਦਾ ਮਿਹਨਤ ਦਾ ਕੰਮ ਨਹੀਂ, 239 ਸਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਤੱਕ ਕੜੀ ਘਾਲਣਾ ਘਾਲੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਗੱਦੀ ਦੇਣ ਤੱਕ ਦੀਆਂ। ਅੱਜ ਜੋ ਪਾਵਨ ਪਵਿੱਤਰ ਦਿਹਾੜਾ ਹੈ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਕਿਹਾ ਸੀ, ਖਾਲਸਾ ਜੀ, ਅਸੀਂ ਚਮਕੌਰ ਦੀ ਗੜੀ ਦੇ ਅੰਦਰ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਕਲਗੀ ਲਾਈ ਹੈ ਤੇ ਉਹਨਾਂ ਨੂੰ ਗੁਰਤਾ ਗੱਦੀ, ਖਾਲਸੇ ਦੀ ਗੁਰਤਾ ਗੱਦੀ 5 ਪਿਆਰਿਆਂ ਨੂੰ ਦਿੱਤੀ ਹੈ। ਜੋ ਖਾਲਸਾ ਪੰਥ ਦੀ ਗੁਰਿਆਈ ਹੈ, ਉਹ 5 ਪਿਆਰਿਆਂ ਦੇ ਅੰਦਰ ਅਸੀਂ ਜੋਤ ਟਿਕਾ ਦਿੱਤੀ ਹੈ। ਉਪਰੰਤ ਜੋ ਤੁਹਾਡੇ ਸਰੀਰ ਕਰਕੇ ਗੁਰੂ ਨੇ ਉਹ 5 ਪਿਆਰੇ ਨੇ ਹੁਣ ਤੋਂ, ਤੇ ਮਨ ਕਰਕੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਪਣੇ ਮਨ ਦੇ ਅੰਦਰ ਪੁੱਛੇ ਗਏ ਕੋਈ ਵੀ ਸਵਾਲ ਦਾ, ਤੁਹਾਨੂੰ ਕੋਈ ਮਾਨਸਿਕ ਰੋਗ ਹੈ, ਤਨ ਤੋਂ ਰੋਗ ਹੈ, ਕੋਈ ਪਰਿਵਾਰਕ ਝਗੜਾ ਹੈ, ਕੋਈ ਸੁੱਖ ਦੁੱਖ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਆ ਕੇ ਤੁਸੀਂ 5 ਸਿੰਘਾਂ ਨੂੰ ਬੇਨਤੀ ਕਰਕੇ ਅਰਦਾਸਾ ਕਰਾਓਗੇ, ਤੁਹਾਡਾ ਕਾਜ ਫਤਿਹ ਹੋਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਾਤਸ਼ਾਹ ਨੇ ਅੱਜ ਵਾਲੇ ਦਿਹਾੜੇ ਵਾਲੇ ਦਿਨ ਜਦੋਂ ਗੁਰਤਾ ਗੱਦੀ ਦਿੱਤੀ, ਇੱਕ ਗੁਰਤਾ ਗੱਦੀ ਚਮਕੌਰ ਦੀ ਗੜੀ ਦੇ ਅੰਦਰ ਦਿੱਤੀ ਸੀ ਖਾਲਸੇ ਪੰਥ ਨੂੰ, ਇੱਕ ਗੁਰਤਾ ਗੱਦੀ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੱਤੀ ਸੀ। ਉਹ ਅੱਜ ਵਾਲਾ ਦਿਹਾੜਾ ਹੈ, ਦੂਜ ਵਾਲਾ ਦਿਨ, ਭਈਆ ਦੂਜ। ਕੱਲ ਜਿਵੇਂ ਅਸੀਂ ਵਿਸ਼ਕਰਮਾ ਡੇ ਆਉਂਦਾ ਹੈ, ਦੀਵਾਲੀ ਤੋਂ 1 ਦਿਨ ਬਾਅਦ ਦੂਜਾ ਦਿਨ ਦੂਜ ਦਾ ਹੁੰਦਾ, ਉਸ ਦਿਨ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਸੀ। ਤੇ ਪੰਚਮੀ ਵਾਲੇ ਦਿਹਾੜੇ ਵਾਲੇ ਦਿਨ, ਅੱਜ ਤੋਂ 3 ਦਿਨ ਬਾਅਦ ਕਲਗੀਧਰ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾ ਗਏ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਣੇ ਘੋੜੇ ਸ਼ਸਤਰਾਂ ਦੇ ਆਪਣੇ ਸੁਪੇਦ ਘੋੜੇ ਦੇ ਨਾਲ ਮਹਾਰਾਜ ਸੱਚਖੰਡ ਵਿਖੇ ਚਾਲਾ ਮਾਰਿਆ ਤੇ ਪਾਤਸ਼ਾਹ ਦਾ ਇੱਕ ਵੀ ਰੋਮ, ਜਦੋਂ ਚੰਦਨ ਦੀ ਚਿਖਾ ਤਿਆਰ ਕੀਤੀ ਸੀਗੀ ਸਿੰਘਾਂ ਨੇ, ਪਾਤਸ਼ਾਹ ਦੇ ਸਰੀਰ ਦਾ ਇੱਕ ਵੀ ਰੋਮ ਨਹੀਂ ਸੜਿਆ। ਮਹਾਰਾਜ ਸਣੇ ਘੋੜੇ ਸਣੇ ਸ਼ਸਤਰ ਸ਼੍ਰੀ ਸੱਚਖੰਡ ਸਾਹਿਬ ਵਿਖੇ ਜਾ ਕੇ ਵਿਰਾਜਮਾਨ ਹੋਏ ਸੀਗੇ। ਉਹ ਵੀ ਦਿਹਾੜੇ ਦੇ ਇਤਿਹਾਸ ਪੰਚਮੀ ਵਾਲੇ ਦਿਨ ਵਿਚਾਰਾਂਗੇ। ਅੱਜ ਆਓ ਟਿਊਕ ਮਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਵੇਂ ਗੁਰਤਾ ਗੱਦੀ ਦਾ ਸਬਬ ਬਣਿਆ, ਉਹ ਪ੍ਰਸੰਗ ਸਰਵਣ ਕਰੀਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਬਹੁਤ ਵੱਡੇ ਪੱਧਰ ਤੇ ਹੁੰਦਾ ਰਿਹਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਸੇ ਵੀ ਰੋਗੀ ਕੋਲ ਜਾਣਾ, ਦੁਖਿਆਰੇ ਕੋਲ ਜਾਣਾ, ਇੱਕੋ ਬਚਨ ਪਾਤਸ਼ਾਹ ਨੇ ਕਰਨਾ, ਭਾਈ ਮਰਦਾਨਾ ਜੀ ਰਬਾਬ ਛੇੜੋ, ਬਾਣੀ ਆਈ ਹੈ। ਜਿੱਥੇ ਮਹਾਰਾਜ ਸੁਮੇਰ ਪਰਬਤਾਂ ਤੱਕ ਗਏ, ਸਿੱਧਾਂ ਨਾਲ ਗੋਸ਼ਟ ਕੀਤੀ, ਉੱਥੇ ਸਿੱਧਾਂ ਦੇ ਨਾਲ ਮਹਾਰਾਜ ਜੀ ਨੇ ਜੋ ਚਰਚਾ ਕੀਤੀ ਉਹ ਵੀ ਗੁਰਬਾਣੀ ਰੂਪ ਚ ਕੀਤੀ। ਜਿੱਥੇ ਮਹਾਰਾਜ ਜੀ ਨੇ ਕਿੱਥੇ ਰੋਗੀ ਦਾ ਰੋਗ ਦੇਖਿਆ, ਸਿੱਧ ਗੋਸ਼ਟ ਦੀ ਬਾਣੀ ਸੁਮੇਰ ਪਰਬਤ ਤੇ ਮਹਾਰਾਜ ਨੇ ਚਰਚਾ ਕੀਤੀ। ਕੋਈ ਰੋਗੀ ਬਿਮਾਰ ਸੀਗਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲਾਏ।
ਮਹਾਰਾਜ ਨੇ ਹਰ ਜਗ੍ਹਾ ਬਾਣੀ ਦਾ ਹੀ ਸਹਾਰਾ ਲਿਆ ਤੇ ਮਹਾਰਾਜ ਨੇ ਕਹਿ ਦਿੱਤਾ ਕਿ ਇਹ ਜਿਹੜੀ ਬਾਣੀ ਹੈ ਇਹ ਧੁਰ ਕੀ ਬਾਣੀ ਹੈ। ਇਸ ਬਾਣੀ ਨੂੰ ਕੋਈ ਵਿਅਕਤੀ ਕਥਨ ਨਹੀਂ ਕਰ ਰਿਹਾ, ਇਹ ਪਰਮੇਸ਼ਵਰ ਦੇ ਬੋਲ ਨੇ ਤੇ ਪਰਮੇਸ਼ਵਰ ਦੇ ਬੋਲ ਇਸ ਗ੍ਰੰਥ ਦੇ ਅੰਦਰ ਲਿਖੇ ਹੋਏ ਨੇ। ਕਿਉਂਕਿ ਸੰਸਾਰ ਤੇ ਬਹੁਤ ਧਾਰਮਿਕ ਗ੍ਰੰਥ ਹੋਏ ਨੇ, ਪਰ ਗੁਰੂ ਕਹਿਣ ਦਾ ਜੋ ਹੱਕ ਹੈ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ। ਕਿਉਂਕਿ ਉਹ ਜਿਹੜੀ ਬਾਣੀ ਹੈ ਉਹ ਪਰਮੇਸ਼ਵਰ ਦੇ ਬੋਲ ਨੇ, ਪਰਮੇਸ਼ਵਰ ਨੇ ਦੀ ਰਚਨਾ ਤੋਂ ਬਾਣੀ ਆਈ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਉਹ ਧੁਰ ਤੋਂ ਹੀ ਬਾਣੀ ਆਈ ਹੈ, ਸੱਚਖੰਡ ਤੋਂ। ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਇਹ ਪ੍ਰਚਾਰ ਤੇ ਪ੍ਰਸਾਰ ਗੁਰਮੁਖੀ ਪੜ੍ਹਾਉਣ ਤੋਂ, ਗੁਰਬਾਣੀ ਪੜ੍ਹਾਉਣ ਤੋਂ ਅੱਗੇ ਚਲਾਈ ਰੱਖਿਆ ਤੇ ਗੁਰਬਾਣੀ ਦਾ ਭੈ ਤੇ ਅਦਬ ਹਰ ਚੀਜ਼ ਦਾ ਬਰਕਰਾਰ ਰੱਖਿਆ। ਕਿਉਂਕਿ ਗੁਰਬਾਣੀ ਦਾ ਅਦਬ ਉਨਾ ਹੀ ਅਦਬ ਸੀਗਾ ਜਿੰਨਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰੀਰ ਦਾ ਅਦਬ ਸਿੱਖ ਕਰਦੇ ਸੀਗੇ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਤੀਰਥਾਂ ਦੇ ਉੱਤੇ ਜਾ ਜਾ ਕੇ ਹਰਿਦੁਆਰ, ਯਮੁਨਾ, ਸਰਸਵਤੀ, ਗੋਦਾਵਰੀ, ਕਿੱਥੇ ਕਿੱਥੇ ਜਾ ਜਾ ਕੇ ਤੀਰਥਾਂ ਦੇ ਉੱਤੇ ਸਿੱਖਾਂ ਨੂੰ ਗੁਰਬਾਣੀ ਦਾ ਪ੍ਰਚਾਰ ਕੀਤਾ। ਕਿਉਂਕਿ ਕਰਮ ਕਾਂਡ ਦੇ ਅੰਦਰ ਲੋਕੀ ਉਸ ਵੇਲੇ ਤਾਂ ਤੀਰਥ ਤੇ ਇਸ਼ਨਾਨ ਕਰਕੇ ਸੋਚਦੇ ਸਨ ਅਸੀਂ ਆਪਣੇ ਪੂਰਬਲੇ ਪਾਪਾਂ ਤੋਂ ਹੁਣ ਬਚ ਗਏ, ਪਰ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਕਿ ਜੇ ਤੁਸੀਂ ਤੀਰਥਾਂ ਤੇ ਨਹਾ ਕੇ ਬਾਅਦ ਚੋਂ ਪਾਪ ਕਰਮ ਕਰਦੇ ਹੋ ਤੇ ਉਹਦੇ ਨਾਲ ਤੁਹਾਡੇ ਜਿਹੜੇ ਪਿਛਲੇ ਪਾਪ ਤੇ ਤੁਸੀਂ ਸੋਚ ਰਹੇ ਹੋ ਉਤਰ ਗਏ ਨੇ, ਪਰ ਅੱਗੇ ਹੋਰ ਚੜਾਈ ਜਾ ਰਹੇ ਹੋ। ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਗੁਰਬਾਣੀ ਪੜ੍ਹੋ। ਗੁਰਬਾਣੀ ਪੜ੍ਹਨ ਦੇ ਨਾਲ ਜਿਹੜਾ ਮਨ ਹੈ ਨਾ ਉਹ ਭੈੜੇ ਪਾਸੇ ਨਹੀਂ ਭੱਜਦਾ। ਤੁਸੀਂ ਤੀਰਥਾਂ ਤੇ ਆਂਦੇ ਹੋ, ਆਓ, ਉਹਨਾਂ ਨੂੰ ਰੋਕਿਆ ਨਹੀਂ, ਪਰ ਉਹਨਾਂ ਨੂੰ ਪਰਮੇਸ਼ਵਰ ਦੇ ਸ਼ਬਦ ਨਾਲ ਵੀ ਜੋੜਿਆ। ਫਿਰ ਗੁਰੂ ਰਾਮਦਾਸ ਮਹਾਰਾਜ ਚੌਥੀ ਪਾਤਸ਼ਾਹ ਬੈਠੇ, ਉਹਨਾਂ ਨੇ 30 ਰਾਗਾਂ ਦੇ ਅੰਦਰ ਬਾਣੀ ਉਚਾਰਨ ਕੀਤੀ। ਸ਼੍ਰੀ ਹਰਿਮੰਦਰ ਸਾਹਿਬ ਪਾਤਸ਼ਾਹ ਨੇ ਸਰੋਵਰ ਦੀਆਂ ਪ੍ਰਕਰਮਾਂ ਤਿਆਰ ਕਰਾਈਆਂ। ਗੁਰੂ ਰਾਮਦਾਸ ਮਹਾਰਾਜ ਨੇ ਬੜੇ ਵੱਡੇ ਵੱਡੇ ਕਾਜ ਕੀਤੇ, ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ। ਫਿਰ ਪੰਜਵੇਂ ਪਾਤਸ਼ਾਹ ਉਹਨਾਂ ਦੇ ਸਪੁੱਤਰ ਗੁਰਤਾ ਗੱਦੀ ਤੇ ਬੈਠੇ ਗੁਰੂ ਅਰਜਨ ਦੇਵ ਜੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ, 25 ਸਾਲ ਦੀ ਉਮਰ ਦੇ ਅੰਦਰ ਮਹਾਰਾਜ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰ ਦਿੱਤੀ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 1601 ਨੂੰ ਪ੍ਰਕਾਸ਼ ਕੀਤਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੱਚੇ ਪਾਤਸ਼ਾਹ ਮਹਾਰਾਜ ਨੇ ਨਾਲ ਸਾਰੇ ਸਿੱਖ ਕਹਿੰਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਕਰ ਦਿੱਤਾ, ਹੁਣ ਰਾਤੀ ਅਸੀਂ ਸਾਰਿਆਂ ਨੇ ਤਾਂ ਜਾ ਕੇ ਆਰਾਮ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿੱਥੇ ਰੱਖੀਏ। ਉੱਥੇ ਫੇਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਪੋਥੀ ਪਰਮੇਸ਼ਵਰ ਕਾ ਥਾਨ, ਜਿਹੜੀ ਪੋਥੀ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਇਹ ਪਰਮੇਸ਼ਵਰ ਸਰੂਪ ਨੇ। ਇਹਨਾਂ ਨੂੰ ਵੀ ਅਸੀਂ ਪਲੰਗਾ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ, ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ ਨਾ, ਬਿਲਕੁਲ ਸਾਹਮਣੇ ਅਕਾਲ ਤਖਤ ਸਾਹਿਬ ਹੈ। ਅਕਾਲ ਤਖਤ ਸਾਹਿਬ ਦੇ ਉੱਤੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਆਪ ਵਿਰਾਜਦੇ ਸਨ, ਉਸ ਪਲੰਗੇ ਦੇ ਉੱਤੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵਿਰਾਜਮਾਨ ਕੀਤਾ ਤੇ ਥੱਲੇ ਇੱਕ ਚਾਦਰ ਵਿਛਦੀ ਹੈ, ਅੱਜ ਵੀ ਵਿਛਦੀ ਹੈ। ਉਸ ਪੰਜਵੇਂ ਪਾਤਸ਼ਾਹ ਦੇ ਸਮੇਂ ਤੋਂ 1601 ਤੋਂ ਲੈ ਕੇ ਅੱਜ 2021 ਆ ਗਿਆ, 420 ਸਾਲ ਹੋ ਗਏ ਨੇ, ਤਦ ਤੋਂ ਲੈ ਕੇ ਅੱਜ ਤੱਕ ਉਹ ਚਾਦਰ ਵਿਛਦੀ ਹੈ। ਉਹ ਚਾਦਰ ਕਿਸ ਗੱਲ ਦਾ ਪ੍ਰਤੀਕ ਹੈ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਤਾਂ ਥੱਲੇ ਪਵਾਂਗੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਬੈਠਣਗੇ। ਸਿੱਖਾਂ ਨੇ ਦੇਖਿਆ ਬਈ ਜਿਸ ਗ੍ਰੰਥ ਦਾ ਗੁਰੂ ਸਾਹਿਬ ਪਾਤਸ਼ਾਹ ਇੰਨਾ ਅਦਬ ਕਰ ਰਹੇ ਨੇ, ਉਹਦਾ ਅਸੀਂ ਕਿੰਨਾ ਅਦਬ ਕਰਨਾ। ਸੋ ਪੰਜਵੇਂ ਪਾਤਸ਼ਾਹ ਨੇ ਬੜੇ ਮਹਾਨ ਤੀਰਥ ਬਣਵਾਏ, ਤਰਨਤਾਰਨ ਸਾਹਿਬ, ਸੰਤੋਖ ਸਰ, ਵਿਵੇਕ ਸਰ, ਉਹ ਸਾਰੇ ਤੀਰਥ ਮਹਾਰਾਜ ਨੇ ਬਣਵਾਏ। ਤੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਦੇ ਅੰਦਰ ਜਿੱਥੇ ਅਕਾਲ ਪੈ ਗਿਆ ਸੀ ਲਾਹੌਰ ਵਿਖੇ, ਸਿੱਖਾਂ ਦੇ ਗਰੀਬ ਮੁਸਲਮਾਨ ਹਿੰਦੂ ਕੋਈ ਨਹੀਂ ਦੇਖਿਆ ਪਾਤਸ਼ਾਹ ਨੇ, ਉੱਥੇ ਮਹਾਰਾਜ ਨੇ ਹੁਕਮਨਾਮਾ ਲਾ ਦਿੱਤਾ ਦਰਬਾਰ ਸਾਹਿਬ ਰਸਤ ਨਾ ਆਵੇ, ਲਾਹੌਰ ਵਿਖੇ ਸਾਰੀ ਰਸਤ ਲੈ ਕੇ ਆਓ। ਕਾਲ ਪੈ ਗਿਆ ਸੀ, ਭੁੱਖਮਰੀ ਪੈ ਗਈ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਥੇ ਲੰਗਰ ਛਕਵਾਏ। ਸੋ ਉਹ ਖਾਲਸਾ ਜੀ ਸਭ ਤੋਂ ਵੱਡਾ ਪ੍ਰਚਾਰ ਸੀ। ਜਦੋਂ ਉਸ ਪ੍ਰਸ਼ਾਦਾ ਛਕ ਕੇ ਲੋਕੀ ਕਹਿੰਦੇ ਵੀ ਇਹ ਕੌਣ ਨੇ? ਕਿਹਾ ਗੁਰੂ ਅਰਜਨ ਦੇਵ ਮਹਾਰਾਜ ਨੇ। ਬਈ ਇਹਨਾਂ ਨੇ ਸਾਡੇ ਤਨ ਦੀ ਖੁਰਾਕ ਦਾ ਵੀ ਧਿਆਨ ਰੱਖਿਆ ਤੇ ਮਨ ਦੀ ਖੁਰਾਕ ਕੀ ਹੈ? ਭਜਨ।
ਜਿਸ ਤਰ੍ਹਾਂ ਸਾਡੇ ਬਾਡੀ ਨੂੰ ਫੂਡ ਚਾਹੀਦਾ ਲਿਵਿੰਗ ਕਰਨ ਲਈ। ਜੇ ਅਸੀਂ ਇੱਕ ਟਾਈਮ ਪ੍ਰਸ਼ਾਦਾ ਨਾ ਛਕੀਏ ਅੰਦਰ ਘਿਰ ਪੈ ਜਾਂਦਾ। ਅਸੀਂ ਸਾਰੇ ਕੰਮ ਤੇ ਕਿਉਂ ਜਾ ਰਹੇ ਹਾਂ, 8-8 ਘੰਟੇ ਕਿਉਂ ਲਾ ਰਹੇ ਹਾਂ ਵੀ ਰੋਟੀ ਖਾਈਏ ਚੰਗੀ ਤਰ੍ਹਾਂ। ਜੇ ਰੋਟੀ ਨਹੀਂ ਖਾਣੀ ਚੱਜ ਤਰ੍ਹਾਂ ਤੇ ਉਹ 8 ਘੰਟੇ ਕੰਮ ਕੀਤੇ ਵੀ ਬੇਕਾਰ ਹੋ ਗਏ। ਉਸੇ ਤਰ੍ਹਾਂ ਮਹਾਰਾਜ ਕਹਿੰਦੇ ਸੀਗੇ ਵੀ ਤੁਸੀਂ ਰੱਜ ਕੇ ਭੋਜਨ ਛਕੋ। ਗੁਰੂ ਘਰਾਂ ਦੇ ਅੰਦਰ ਥੱਲੇ ਲੰਗਰ ਕਿਉਂ ਚੱਲ ਰਿਹਾ ਸਕਾਰਪੁਰ ਗੁਰਦੁਆਰੇ? ਬਈ ਲੰਗਰ ਛਕ ਕੇ ਆਰਾਮ ਨਾਲ ਹੁਣ ਆ ਕੇ ਕਥਾ ਕੀਰਤਨ ਸੁਣੋ। ਕਥਾ ਕੀਰਤਨ ਸੁਣਨ ਦੇ ਨਾਲ ਪਹਿਲਾਂ ਢਿੱਡ ਭਰਿਆ ਹੋਏਗਾ, ਭੋਜਨ ਕੀਤਾ ਹੋਏਗਾ, ਤਾਂ ਹੀ ਭਜਨ ਹੋਵੇਗਾ। ਜੇ ਭੋਜਨ ਹੀ ਨਹੀਂ ਕੀਤਾ ਹੋਇਆ, ਭੁੱਖੇ ਪੇਟ ਕੀ ਭਜਨ ਹੋਵੇਗਾ? ਮਨ ਨਹੀਂ ਇਕਾਗਰ ਹੋਵੇਗਾ, ਕਿਉਂਕਿ ਤਨ ਇਕਾਗਰ ਨਹੀਂ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਮਰਿਆਦਾ ਚਲਾਈ, ਪਹਿਲਾਂ ਭੋਜਨ ਛਕਾਏ, ਫਿਰ ਉਹਨਾਂ ਨੂੰ ਗੁਰਬਾਣੀ ਨਾਲ ਧੀਰੇ ਧੀਰੇ ਜੋੜਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਕੇਵਲ 9ਵੇਂ ਪਾਤਸ਼ਾਹ ਦੀ ਬਾਣੀ ਰਹਿ ਗਈ ਸੀ। ਰਾਮਸਰ ਦੀ ਧਰਤੀ ਦੇ ਉੱਤੇ ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ 1 ਕਿਲੋਮੀਟਰ ਦਾ ਰਸਤਾ ਹੈ, ਜਿੱਥੇ ਬਾਬਾ ਦੀਪ ਸਿੰਘ ਜੀ ਦੀ ਸੀਸ ਦਾ ਸੰਸਕਾਰ ਹੋਇਆ। ਉਸ ਸਥਾਨ ਦੇ ਉੱਤੇ ਉਹਦੇ ਬਿਲਕੁਲ ਸਾਹਮਣੇ ਰਾਮਸਰ ਹੈ। ਉੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਾਏ ਸਨ ਭਾਈ ਗੁਰਦਾਸ ਜੀ ਤੋਂ, ਤੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਸੀ। ਬਾਬਾ ਬੁੱਢਾ ਜੀ ਨੇ ਕਲਮਾਂ ਤੇ ਸ਼ਾਹੀ ਘੜਨ ਦੀ ਸੇਵਾ ਕੀਤੀ ਸੀ। ਕਲਮਾਂ ਘੜ ਕੇ ਸ਼ਾਹੀ ਤਿਆਰ ਕਰਕੇ ਪੱਤਰੇ ਤਿਆਰ ਕਰਕੇ ਦਿੱਤੇ ਸੀ, ਜਿਸ ਤੇ ਲਿਖਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ। ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੱਜ ਵੀ ਕਰਤਾਰਪੁਰ ਸਾਹਿਬ ਮੌਜੂਦ ਹੈ, ਧੀਰਮਲੀਆਂ ਦੇ ਕੋਲ। ਉਹ ਅੱਜ ਦਾ ਪ੍ਰਕਰਨ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬੈਠੇ। ਗੁਰੂ ਹਰਗੋਬਿੰਦ ਸਾਹਿਬ ਨੇ 9 ਧੁਨੀਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਉਚਾਰਨ ਕੀਤੀ। ਜਿਵੇਂ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਸੁਣਦੇ ਹੋ ਨਾ, ਉਹਦੇ ਪਹਿਲੇ ਸਿਰਲੇਖ ਹੈ ਟੁੰਡੇ ਆਸ ਰਾਜੇ ਕੀ ਧੁਨੀ। ਉਹ ਜਿਹੜੀ 9 ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਮਾਝ ਰਾਗ ਦੇ ਅੰਦਰ, ਗੌੜੀ ਰਾਗ ਦੇ ਅੰਦਰ, ਆਸਾ ਰਾਗ ਦੇ ਅੰਦਰ, ਉਹ ਸਾਰੀ 9 ਦੀ 9 ਧੁਨੀਆਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕਰਾਈਆਂ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਵੀ ਕੋਈ ਗੁਰਬਾਣੀ ਨਹੀਂ ਉਚਾਰਨ ਕੀਤੀ ਸੀ, ਪਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਇੱਕ ਗੱਲ ਕਹੀ, ਕਿਹਾ ਸਿੱਖੋ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹੜੇ ਵੀ ਵਿਅਕਤੀ ਗੁਰਬਾਣੀ ਦਾ ਭੈ ਤੇ ਅਦਬ ਨਹੀਂ ਕਰਦੇ, ਉਹ ਸਾਡੇ ਸਿੱਖ ਨਹੀਂ ਨੇ। ਉਹਨਾਂ ਨੂੰ ਗੁਰੂ ਘਰ ਤੋਂ ਖੁਸ਼ੀ ਨਹੀਂ ਪ੍ਰਾਪਤ ਹੋਵੇਗੀ। ਪਰ ਸਿੱਖਾਂ ਨੇ ਕਿਹਾ ਮਹਾਰਾਜ ਜਿਹੜੇ ਬਾਣੀ ਦਾ ਭੈ ਤੇ ਅਦਬ ਰੱਖਦੇ ਨੇ, ਜਿਵੇਂ ਤੁਹਾਡੇ ਵਰਗੇ ਸਾਰੇ ਗੁਰਸਿੱਖ ਪਿਆਰੇ ਜਿਹੜੇ ਗੁਰਬਾਣੀ ਦਾ ਭੈ ਤੇ ਅਦਬ ਰੱਖਦੇ ਨੇ, ਮਹਾਰਾਜ ਨੇ ਬਚਨ ਕੀਤਾ ਜਿਨ ਭੈ ਅਦਬ ਗੁਰਬਾਣੀ ਧਾਰਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰਬਾਣੀ ਦਾ ਭੈ ਤੇ ਅਦਬ ਧਾਰਿਆ, ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ, ਉਹ ਬਿਨਾਂ ਹੀ ਮਿਹਨਤ ਤੋਂ ਭਵ ਸਾਗਰ ਤੋਂ ਪਾਰ ਉਤਾਰ ਜਾਣਗੇ। ਕਿਉਂ? ਕਿਉਂਕਿ ਉਹਨਾਂ ਨੇ ਪਰਮੇਸ਼ਰ ਦੀ ਬਾਣੀ ਦਾ ਸਤਿਕਾਰ ਕੀਤਾ। ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦਾ ਇੱਕ ਵਾਰੀ ਬਚਨ ਹੈ, ਕੀਰਤਨ ਕਰਦੀ ਸੰਗਤ ਆ ਰਹੀ ਸੀ ਗੁਰਬਾਣੀ ਦਾ, ਮਹਾਰਾਜ ਪਲੰਗੇ ਤੇ ਲੇਟੇ ਸਨ। ਸਿੱਖਾਂ ਨੇ ਕਿਹਾ ਮਹਾਰਾਜ ਭੱਜੇ ਉੱਠ ਕੇ ਨਾ ਫਟਾਫਟ ਪਲੰਗੇ ਤੋਂ ਆਪਣਾ ਗੋਡਾ ਛਿਲਵਾ ਲਿਆ, ਭੱਜੇ ਉੱਠ ਕੇ ਗਏ। ਸਿੱਖਾਂ ਨੇ ਕਿਹਾ ਮਹਾਰਾਜ ਆਰਾਮ ਨਾਲ ਚਲੇ ਜਾਂਦੇ, ਦੌੜ ਕੇ ਕਿਉਂ ਗਏ ਹੋ? ਮਹਾਰਾਜ ਕਹਿੰਦੇ ਗੁਰੂ ਕੀ ਸੰਗਤ ਬਾਣੀ ਪੜ੍ਹ ਰਹੀ ਸੀ ਤੇ ਮੈਂ ਉੱਤੇ ਬੈਠਾ ਸੀਗਾ, ਪਲੰਗੇ ਤੇ ਵਿਰਾਜਿਆ ਸੀ। ਉਹ ਗੱਲ ਜੱਚਦੀ ਨਹੀਂ। ਜਿੱਥੇ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਜਿੱਥੇ ਗੁਰੂ ਦੀ ਕਥਾ ਹੋ ਰਹੀ ਹੋਏ, ਉਸ ਤੋਂ ਉੱਤੇ ਸਥਾਨ ਤੇ ਬੈਠਣ ਦਾ ਹੱਕ ਸਾਨੂੰ ਵੀ ਨਹੀਂ, ਗੁਰੂਆਂ ਨੂੰ ਵੀ ਨਹੀਂ। ਕਿਉਂਕਿ ਗੁਰੂ ਕੀ ਜੋ ਬਾਣੀ ਹੈ ਉਹ ਧੁਰ ਕੀ ਬਾਣੀ ਹੈ, ਉਹ ਉੱਚਾ ਸਥਾਨ ਹੈ। ਹੁਣ ਅੱਜ ਸਟੇਜ ਲੱਗੀ ਹੈ ਨਾ, ਕਥਾ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉੱਥੇ ਹੈ, ਪਰ ਜਿਹੜੀ ਕਥਾ ਵਾਲੀ ਪੋਥੀ ਹੈ ਉਹ ਇਹਨਾਂ ਤੋਂ ਥੱਲੇ ਪ੍ਰਕਾਸ਼ ਕੀਤੀ ਗਈ ਹੈ। ਇਹਦੇ ਅੰਦਰ ਹੈ ਗੁਰੂਆਂ ਦੀ ਗੱਲ ਹੀ, ਸਤਿਕਾਰ ਪੂਰਾ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਵੋਤਮ ਨੇ, ਉਹਨਾਂ ਤੋਂ ਉੱਤੇ ਕੋਈ ਨਹੀਂ। ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇੱਕ ਵਾਰੀ ਸਿੱਖਾਂ ਨੇ ਕਿਹਾ, ਕੋਈ ਮੇਰੇ ਵਰਗੇ ਵੀ ਵਿੱਚ ਹੁੰਦੇ ਨੇ, ਕਿਹਾ ਮਹਾਰਾਜ ਸਾਨੂੰ ਤਾਂ ਗੁਰਬਾਣੀ ਸਮਝ ਨਹੀਂ ਆਉਂਦੀ, ਨਾ ਅਸੀਂ ਜਪਜੀ ਸਾਹਿਬ ਪੜ੍ਹਨਾ ਜਾਣਦੇ ਹਾਂ, ਨਾ ਸੁਖਮਨੀ ਸਾਹਿਬ ਜਾਣਦੇ ਹਾਂ, ਪਰ ਜਦੋਂ ਪਾਠ ਕਥਾ ਕੀਰਤਨ ਹੋ ਰਹੀ ਹੈ ਅਸੀਂ ਗੁਰਦੁਆਰੇ ਬਹਿ ਜੰਨੇ ਆ ਜਾ ਕੇ, ਪਰ ਸਮਝ ਨਹੀਂ ਕੁਛ ਆਉਂਦਾ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇੱਕ ਉਦਾਹਰਣ ਦੇ ਕੇ ਸਮਝਾਇਆ। ਇੱਕ ਠੀਕਰੀ ਟੁੱਟੀ ਪਈ ਸੀ, ਜਦੋਂ ਘੜਾ ਟੁੱਟ ਜਾਵੇ ਨਾ, ਉਹ ਘੜੇ ਦੇ ਜਿਹੜੇ ਟੁੱਟੇ ਹੋਏ ਭਾਂਡਿਆਂ ਨੂੰ ਠੀਕਰੀ ਬੋਲਦੇ ਨੇ। ਅੱਜ ਸਾਡੇ ਬੱਚੇ ਪੰਜਾਬੀ ਨਹੀਂ ਜਾਣਦੇ, ਪਰ ਸਾਡੇ ਬਜ਼ੁਰਗਾਂ ਨੂੰ ਪਤਾ ਇਸ ਗੱਲ ਦਾ। ਜਿਹੜੀ ਠੀਕਰੀ ਹੁੰਦੀ ਹੈ ਨਾ, ਉਸ ਦੇ ਅੰਦਰ ਘਿਓ ਪਿਆ ਸੀ ਭਾਂਡੇ ਦੇ ਅੰਦਰ,
ਮਹਾਰਾਜ ਕਹਿੰਦੇ ਉਹ ਲੈ ਕੇ ਆਓ ਠੀਕਰੀ। ਕਿ ਆ ਪਾਤਸ਼ਾਹ ਦੇ ਅੰਦਰ ਤਾਂ ਘਿਓ ਜੰਮਿਆ ਪਿਆ, ਠੀਕਰੀ ਤੇ ਬੇਕਾਰ ਹੈ। ਪਰ ਕਈ ਵਾਰੀ ਕੋਈ ਗੱਲ ਸਮਝਾਣੀ ਹੋਵੇ ਨਾ, ਸਾਨੂੰ ਐਗਜ਼ਾਮਪਲ ਦੇਣਾ ਪੈਂਦਾ। ਬੱਚਿਆਂ ਨੂੰ ਵੀ ਅਸੀਂ ਕਹਿੰਦੇ ਆ ਨਾ, ਫੋਰ ਐਗਜ਼ਾਮਪਲ, ਵੀ ਆਹ ਗੱਲ ਬੇਟੇ ਇੱਦਾਂ ਨਹੀਂ ਇੱਦਾਂ ਹੈ, ਉਹ ਫਿਰ ਉਹਨੂੰ ਬੱਚੇ ਨੂੰ ਸਮਝ ਆ ਜਾਂਦੀ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਠੀਕਰੀ ਜਿਹੜੀ ਟੁੱਟ ਗਈ ਹੈ, ਇਹਦੇ ਉੱਤੇ ਘਿਓ ਜੰਮਿਆ ਹੈ, ਪਰ ਜਦੋਂ ਸੂਰਜ ਦੀਆਂ ਕਿਰਨਾਂ ਇਸ ਤੇ ਪੈਣਗੀਆਂ ਇਹ ਘਿਓ ਪਿਘਲ ਜਾਵੇਗਾ ਤੇ ਉਹ ਕੰਮ ਵਰਤੋਂ ਚ ਆ ਜਾਵੇਗਾ। ਘਿਓ ਜਿਹੜਾ ਦੇਸੀ ਘਿਓ ਹੈ ਉਹ ਜੰਮ ਜਾਂਦਾ ਭਾਂਡੇ ਦੇ ਉੱਤੇ। ਉਸੀ ਪ੍ਰਕਾਰ ਜਿੰਨੀ ਸੰਗਤ ਤੁਸੀਂ ਗੁਰਬਾਣੀ ਸੁਣ ਰਹੇ ਹੋ ਉਹ ਤੁਹਾਡੇ ਹਿਰਦੇ ਦੇ ਅੰਦਰ ਘਿਓ ਦੀ ਤਰ੍ਹਾਂ ਜੰਮ ਰਹੀ ਹੈ। ਕੋਈ ਸਾਧੂ ਮਹਾਤਮਾ ਸੰਤ ਕਿਰਪਾ ਕਰੇਗਾ, ਆਪਣੀ ਸੂਰਜ ਦੀ ਪ੍ਰਕਾਸ਼ ਦੀ ਕਿਰਨਾਂ ਤੁਹਾਡੇ ਤੇ ਪਾਵੇਗਾ, ਉਹ ਜੰਮਿਆ ਹੋਇਆ ਘਿਓ ਪਿਘਲ ਕੇ ਤੁਹਾਡੀ ਨਾੜੀਆਂ ਦੇ ਅੰਦਰ ਗੁਰਬਾਣੀ ਰਚ ਜਾਵੇਗੀ, ਤੁਹਾਨੂੰ ਸਮਝ ਵੀ ਆ ਜਾਵੇਗੀ। ਪਰ ਸੁਣੋ ਜ਼ਰੂਰ, ਸੁਣਿਆ ਦੁਖ ਪਾਪ ਕਾ ਨਾਸ। ਜਿਹੜਾ ਗੁਰਬਾਣੀ ਨੂੰ ਸੁਣਦਾ ਉਹਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ। ਉਹਦੇ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ ਉਹ ਗੁਰਤਾ ਗੱਦੀ ਤੇ ਬੈਠੇ, ਉਹਨਾਂ ਨੇ ਵੀ ਗੁਰਬਾਣੀ ਦਾ ਪ੍ਰਚਾਰ ਕੀਤਾ। ਦਿੱਲੀ ਦੇ ਅੰਦਰ ਬੇਅੰਤ ਸਿੱਖਾਂ ਨੂੰ ਗੁਰਬਾਣੀ ਪੜ੍ਹਾ ਕੇ, ਆਪਣੇ ਚਰਨਾਂ ਦਾ ਜਲ ਛਕਾ ਕੇ ਚੇਚਕ ਦਾ ਰੋਗ ਦੂਰ ਕਰ ਦਿੱਤਾ ਗੁਰਦੁਆਰਾ ਬੰਗਲਾ ਸਾਹਿਬ। ਉਹਨਾਂ ਤੋਂ ਬਾਅਦ ਗੁਰਤਾ ਗੱਦੀ ਤੇ ਬੈਠੇ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਹਿੰਦ ਦੀ ਚਾਦਰ। ਉਹਨਾਂ ਨੇ ਜੈਜਾਵੰਤੀ 31ਵਾਂ ਰਾਗ ਉਚਾਰਨ ਕੀਤਾ। ਜੈਜਾਵੰਤੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 4 ਸ਼ਬਦ ਨੇ, ਉਹ ਚਾਰੇ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ। ਸ਼ਲੋਕ ਮਹੱਲਾ 9ਵਾਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 59 ਸ਼ਬਦ 59 ਸ਼ਬਦ ਉਚਾਰਨ ਕੀਤੇ ਨੇ ਤੇ 57 ਸ਼ਲੋਕ 59 ਸ਼ਲੋਕ ਮਹੱਲੇ 9ਵੇਂ ਉਹ ਉਚਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਕਰਵਾ ਲਈ ਗੁਰਬਾਣੀ ਦੀ। ਹੁਣ ਸੀਗਾ ਸੰਪਾਦਨ ਹੋਣ ਦਾ ਕੰਮ, ਜਿਹੜਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਾਡੇ ਸਾਹਮਣੇ ਪ੍ਰਕਾਸ਼ ਨੇ ਨਾ, ਹੁਣ ਇੱਥੇ ਤੱਕ ਬਾਣੀ ਸੰਪੂਰਨਤਾ ਹੋ ਗਈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ 14 ਜੰਗਾਂ ਲੜੀਆਂ, 14 ਲੌਂਗ ਬੈਟਲਸ ਲੜੀਆਂ, ਜਿਹਦੇ ਅੰਦਰ ਇੱਕ ਵਿੱਚ ਵੀ ਹਾਰੇ ਨਹੀਂ ਪਾਤਸ਼ਾਹ। ਉਹ 14 ਜੰਗਾਂ ਤੋਂ ਜਦੋਂ ਮਹਾਰਾਜ ਵਿਹਲੇ ਹੋਏ ਤੇ ਮਾਲਵੇ ਦੀ ਧਰਤੀ ਤੇ ਪਹੁੰਚੇ, ਬਠਿੰਡੇ ਦਮਦਮਾ ਸਾਹਿਬ। ਜਦੋਂ ਕਲਗੀਧਰ ਪਾਤਸ਼ਾਹ ਉੱਥੇ ਪਹੁੰਚੇ ਤੇ ਸਿੰਘਾਂ ਨੇ ਕਿਹਾ ਮਹਾਰਾਜ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾ ਦਿਓ, ਕਿਉਂਕਿ ਗੁਰਬਾਣੀ ਦੇ ਅਰਥ ਬੜੇ ਹੀ ਗੁੱਝੇ ਨੇ, ਮਹਾਰਾਜ ਤੁਸੀਂ ਪੜ੍ਹਾ ਦਿਓ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਜਿਹੜਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਧੀਰਮਲੀਆਂ ਕੋਲ ਪਿਆ, ਜਾਓ ਸਿੰਘੋ ਲੈ ਕੇ ਆਓ। ਧੀਰਮਲ ਨੇ ਕਿਹਾ ਮਹਾਰਾਜ ਤੁਹਾਡੇ ਮੁਕੰਮਲ ਨੇ, ਗੁਰੂ ਨੇ, ਪਾਤਸ਼ਾਹ ਨੇ, ਪਰਮੇਸ਼ਵਰ ਨੇ, 10ਵੇਂ ਗੁਰੂ ਨੇ, ਉਹ ਆਪੇ ਬਾਣੀ ਉਚਾਰ ਲੈਣ, ਸਾਡੇ ਤੋਂ ਕਿਉਂ ਗ੍ਰੰਥ ਮੰਗਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਸੰਗਤ ਸਿੰਘ ਵਾਪਸ ਆ ਗਏ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਹੋਰੀ। ਕਿਹਾ ਮਹਾਰਾਜ ਧੀਰਮਲ ਤਾਂ ਬੀੜ ਨਹੀਂ ਦਿੰਦਾ ਮਹਾਰਾਜ ਦੀ, ਮਹਾਰਾਜ ਸਾਡੀ ਜਾ ਕੇ ਬੇਇੱਜ਼ਤੀ ਵੀ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਇਹ ਗੱਲ ਇਤਿਹਾਸ ਹੀ ਲਿਖਾਣਾ ਚਾਹੁੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਅਸੀਂ ਆਪਣੇ ਕੰਠ ਤੋਂ ਉਚਾਰਨ ਕਰਾਂਗੇ, ਇੱਕ ਓੰਕਾਰ ਤੋਂ ਲੈ ਕੇ 18 10 20 ਰਾਗਮਾਲਾ ਤੱਕ। ਕਿਉਂ? ਕਿਉਂਕਿ ਕਿਸੇ ਦੇ ਮਨ 'ਚ ਇਹ ਸ਼ੰਕਾ ਨਾ ਰਹਿ ਜਾਵੇ ਬਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਕਿਤੋਂ ਮਹਾਰਾਜ ਜੀ ਨੇ ਗ੍ਰੰਥ ਲੈ ਕੇ ਉਚਾਰਨ ਕੀਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ 9 ਮਹੀਨੇ 9 ਘੜੀਆਂ 9 ਦਿਨ 9 ਪਲ ਲਾ ਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਸ਼ਹੀਦ ਭਾਈ ਮਣੀ ਸਿੰਘ ਜੀ ਪਾਸੋਂ ਲਿਖਵਾਈ, ਜਿਨ੍ਹਾਂ ਦਾ ਬੰਦ ਕੱਟਿਆ ਗਿਆ। ਉਪਰੰਤ ਬਾਬਾ ਦੀਪ ਸਿੰਘ ਜੀ ਨੇ ਸ਼ਾਹੀਆਂ ਦੀ ਸੇਵਾ, ਕਲਮਾ ਘੜਨ ਦੀ ਸੇਵਾ ਗੁਰਦੁਆਰਾ ਲਿਖਣਸਰ ਸਾਹਿਬ ਦੀ ਧਰਤੀ ਤੇ ਕੀਤੀ। ਦਮਦਮਾ ਸਾਹਿਬ ਤੋਂ ਜਦੋਂ ਤਖਤ ਸਾਹਿਬ ਤੋਂ ਬਾਹਰ ਜਾਈਏ 2 ਕਦਮ ਖੱਬੇ ਪਾਸੇ ਗੁਰਦੁਆਰਾ ਹੈ, ਗੁਰਦੁਆਰਾ ਲਿਖਣਸਰ ਸਾਹਿਬ। ਅੱਜ ਕਈ ਬੱਚੇ ਕਹਿੰਦੇ ਨੇ ਨਾ ਛੋਟੇ, ਕਹਿੰਦੇ ਜੀ ਸਾਨੂੰ ਪੰਜਾਬੀ ਨਹੀਂ ਆਉਂਦੀ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜਦੋਂ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਇਆ ਨਾ, ਜਿੰਨੀ ਸ਼ਾਹੀ ਬੱਚੀ ਹੋਈ ਸੀ, ਇੰਕ ਬੱਚੀ ਸੀ, ਜਿੰਨਾ ਪੇਪਰ ਬਚਿਆ ਸੀ, ਉਹ ਸਾਰਾ ਉਸ ਸਰੋਵਰ ਚ ਪਵਾ ਦਿੱਤਾ। ਮਹਾਰਾਜ ਕਹਿੰਦੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਖਣ ਤੋਂ ਬਾਅਦ ਜਿੰਨੀ ਸ਼ਾਹੀ ਕਾਗਜ਼ ਕਲਮਾਂ ਬੱਚੀਆਂ ਸਰੋਵਰ ਲਿਖਣਸਰ ਸਾਹਿਬ ਚ ਪਾ ਦਿਓ, ਤੇ ਇਸ ਸਰੋਵਰ ਨੂੰ ਅਸੀਂ ਵਰ ਦਿੰਨੇ ਆ ਜੋ ਵੀ ਗੁਰੂ ਕਾ ਪਿਆਰਾ ਸਿੰਘ, ਬੀਬੀ, ਭੈਣ, ਮਾਈ ਸ਼ਰਧਾ ਨਾਲ ਆ ਕੇ ਗੁਰਦੁਆਰਾ ਲਿਖਣਸਰ ਸਾਹਿਬ ਅਰਦਾਸ ਕਰਨਗੇ, ਊੜਾ ਤੋਂ ਲੈ ਕੇ ਰਾੜਾ ਤੱਕ 35 ਅੱਖਰ ਰੇਤ ਦੇ ਉੱਤੇ ਲਿਖਣਗੇ। ਉੱਤੇ ਰੇਤ ਵੀ ਪਈ ਹੈ ਤੇ ਸਲੇਟ ਵੀ ਪਈ ਹੈ। ਕਹਿੰਦੇ ਉਸ ਦੇ ਉੱਤੇ ਗੁਰਬਾਣੀ ਦੀ ਪਰਪੱਕਤਾ ਹੋਵੇਗੀ, ਪਕੜ ਹੋਵੇਗੀ, ਉਹ ਗੁਰੂ ਕੇ ਸਿੰਘ ਦੀ। ਖਾਲਸਾ ਜੀ ਇਹ ਬਚਨ ਐਦਾਂ ਹੀ ਨਹੀਂ ਕਹੇ ਮਹਾਰਾਜ ਨੇ। 10ਵੇਂ ਪਾਤਸ਼ਾਹ ਮਹਾਰਾਜ ਤੋਂ ਬਾਅਦ ਬਹੁਤ ਬਾਅਦ ਬਾਬਾ ਮਿੱਤ ਸਿੰਘ ਜੀ ਹੋਏ ਨੇ,
ਹਜੂਰ ਸਾਹਿਬ ਜਿਨ੍ਹਾਂ ਨੇ 40 ਸਾਲ ਮਾਤਾ ਸਾਹਿਬ ਦੇਵਾਂ ਦੇ ਸਥਾਨ ਤੇ ਸੇਵਾ ਕੀਤੀ, ਉਹ ਬਾਬਾ ਜੀ ਪੜ੍ਹੇ ਨਹੀਂ ਹੋਏ ਸੀਗੇ, ਪਰ ਲਿਖਣ ਸਰ ਸਾਹਿਬ 12 ਸਾਲ ਸੇਵਾ ਕੀਤੀ ਤੇ ਊੜਾ ਆੜਾ ਲਿਖਣਾ ਸਿਰਫ 35 ਅੱਖਰ ਰੇਤ ਦੇ ਉੱਤੇ। ਇੱਕ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਪ੍ਰਗਟ ਹੋ ਗਏ। ਕਲਗੀਧਰ ਪ੍ਰਗਟ ਹੋਏ, ਮਿੱਤਸਿਆਂ ਕੀ ਮੰਗਦੇ ਹੋ? ਮਹਾਰਾਜ ਤੁਹਾਡਾ ਦਿੱਤਾ ਸਭ ਕੁਝ ਹੈ। ਜਦ ਕਿ ਸੇਵਾ 'ਚ ਸੀਗੇ, ਕਿਹੜਾ ਘਰ-ਬਾਰ ਸੀਗਾ, ਕੋਈ ਬੱਚੇ ਸੀਗੇ, ਪਰਿਵਾਰ ਸੀਗਾ, ਪਰ ਗੁਰੂ ਕੇ ਸਿੰਘ ਚੜ੍ਹਦੀ ਕਲਾ 'ਚ ਸੀਗੇ। ਕਿਹਾ ਮਹਾਰਾਜ ਤੁਹਾਡਾ ਦਿੱਤਾ ਸਭ ਕੁਝ ਹੈ, ਸਿਰਫ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਬਾਬਾ ਮਿੱਤ ਸਿੰਘ ਜੀ, ਤੁਸੀਂ ਆਪ ਗੁਰੂ ਘਰ ਦੀ ਚਲਦੀ ਫਿਰਦੀ ਟਕਸਾਲ ਹੋਵੋਗੇ, ਤੁਹਾਡੇ ਤੋਂ ਬ੍ਰਹਮ ਗਿਆਨੀ ਸਿੱਖ ਪੈਦਾ ਹੋਣਗੇ, ਤੁਹਾਡੇ ਪੜ੍ਹੇ ਹੋਏ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵਰ ਦਿੱਤਾ, ਲਿਖਣਸਰ ਸਾਹਿਬ ਦੀ ਧਰਤੀ ਤੇ ਬਾਬਾ ਮਿੱਤ ਸਿੰਘ ਜੀ ਨੇ ਖਾਲਸਾ ਜੀ ਸੇਵਾ ਕੀਤੀ। ਮਾਤਾ ਸਾਹਿਬ ਦੇਵਾਂ ਦੇ ਸਥਾਨ ਦੇ ਉੱਤੇ 40 ਸਾਲ ਸੇਵਾ ਕੀਤੀ, ਮਾਤਾ ਸਾਹਿਬ ਦੇਵਾਂ ਦਾ ਸਥਾਨ ਪ੍ਰਗਟ ਕੀਤਾ। ਉਹ ਖਾਲਸਾ ਜੀ ਸਥਾਨ ਦੇ ਉੱਤੇ ਜਿਸ ਸਿੱਖ ਦਾ ਕਿਤੇ ਵੀ ਮਨ ਨਾ ਟਿਕੇ, ਉਹ ਮਾਤਾ ਸਾਹਿਬ ਦੇਵਾਂ ਦੇ ਸਥਾਨ ਦੇ ਉੱਤੇ 40 ਦਿਨ ਭਜਨ ਕਰੇ, ਉਹਦਾ ਮਨ ਉੱਥੇ ਜ਼ਰੂਰ ਸਥਿਰ ਹੋਵੇਗਾ। ਸੋ ਰਹੋ ਵਿਚਾਰ। 10ਵੇਂ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਚਾਰਨ ਕੀਤੀ, ਉਪਰੰਤ ਸ਼੍ਰੀ ਦਸਮ ਗ੍ਰੰਥ ਸਾਹਿਬ ਉੱਥੇ ਸਰੂਪ ਤਿਆਰ ਕਰਕੇ ਚਾਰੋਂ ਤਖਤਾਂ ਤੇ ਭੇਜੇ। ਉਪਰੰਤ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉਹਦੇ ਬਾਅਦ ਨਾਂਦੇੜ ਦੀ ਧਰਤੀ ਤੇ ਪਹੁੰਚੇ, ਹਜੂਰ ਸਾਹਿਬ। ਉੱਥੇ ਬਾਬੇ ਬੰਦੇ ਬਹਾਦਰ ਨੂੰ ਮਹਾਰਾਜ ਨੇ ਭੇਜਿਆ ਸਰਹੰਦ ਵੱਲ, ਵਜ਼ੀਰ ਖਾਨ ਨੂੰ ਝਟਕਾਉਣ ਦੇ ਲਈ, ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਲਈ। ਕਲਗੀਧਰ ਪਾਤਸ਼ਾਹ ਕੌਤਕ ਕਰਦੇ ਹੋਏ ਬੇਅੰਤ ਸਮਾਂ ਮਹਾਰਾਜ ਜੀ ਨੇ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਜੀਵਾਂ ਨੂੰ ਪਵਿੱਤਰ ਕੀਤਾ। ਗੁਰਦੁਆਰਾ ਨਗੀਨਾ ਘਾਟ, ਸ਼ਿਕਾਰ ਘਾਟ, ਬੰਦਾ ਘਾਟ, ਮਹਾਰਾਜ ਗੋਦਾਵਰੀ ਦੇ ਕੰਢੇ ਤੇ ਬੇਅੰਤ ਚਰਿੱਤਰ ਕੀਤੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅੱਜ ਵਾਲੇ ਦਿਨ ਅੰਮ੍ਰਿਤ ਵੇਲੇ 5 ਸਿੰਘਾਂ ਨੂੰ ਬੁਲਾਇਆ। ਸਭ ਤੋਂ ਪਹਿਲੇ ਭਾਈ ਮਣੀ ਸਿੰਘ ਜੀ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਚੌਰ ਸਾਹਿਬ ਕਰ ਰਹੇ ਸਨ। ਦੂਸਰੇ ਭਾਈ ਸੰਤੋਖ ਸਿੰਘ ਜੀ, ਜੋ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਬਾਅਦ ਹਜੂਰ ਸਾਹਿਬ ਦੀ ਧਰਤੀ ਤੇ ਪ੍ਰਚਾਰ ਕੀਤਾ। ਤੀਸਰੇ ਭਾਈ ਗੁਰਬਖਸ਼ ਸਿੰਘ ਜੀ, ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਬਾਅਦ ਇਤਿਹਾਸ ਸੁਣਾਉਂਦੇ ਰਹੇ ਪੰਜਾਬ ਦੇ ਅੰਦਰ ਜਾ ਕੇ ਰਮਦਾਸ ਦੀ ਧਰਤੀ ਤੇ। ਅਤੇ ਭਾਈ ਹਰਦਾਸ ਸਿੰਘ, ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹਜੂਰ ਸਾਹਿਬ ਦੀ ਧਰਤੀ ਤੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ। ਤੇ ਭਾਈ ਧਰਮ ਸਿੰਘ ਜੀ, ਇਹ 5 ਸਿੰਘ ਮਹਾਰਾਜ ਦੇ ਹਜੂਰ ਖੜ ਗਏ। ਮਹਾਰਾਜ ਕਹਿੰਦੇ ਇੱਕ ਸੋਹਣਾ ਤਖਤ ਸਜਾਓ, ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਕਰੋ, ਚੰਦੋਆ ਉੱਪਰ ਲਗਾਓ, ਸੋਨੇ ਦੀ ਜ਼ਰੀ ਹੋਵੇ ਉਹਦੇ ਉੱਤੇ, ਤੇ ਚੌਰ ਸਾਹਿਬ ਰੱਖੋ, ਉਪਰੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਆਓ। ਜਦੋਂ ਸਾਰੀ ਚੀਜ਼ਾਂ ਪੂਰੀਆਂ ਹੋ ਗਈਆਂ, ਮਹਾਰਾਜ ਕਹਿੰਦੇ ਹੁਣ ਚੰਦਨ ਦਾ ਛਿੜਕਾਅ ਕਰਾ ਦਿਓ ਸਾਰੀ ਕਨਾਤ ਦੇ ਆਸੇ-ਪਾਸੇ। ਸਾਰੀ ਸੰਗਤ ਨੂੰ ਬੁਲਾ ਲਿਆ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਗਈ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਖਾਲਸਾ ਜੀ ਹੁਣ 5 ਸਿੰਘ ਮਿਲ ਕੇ ਅਰਦਾਸ ਕਰਨਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਤੋਂ ਗੁਰੂ ਹੋਣਗੇ। ਦੂਜ ਵਾਲੇ ਦਿਨ, ਅੱਜ ਵਾਲੇ ਦਿਨ 1765 ਬਿਕਰਮੀ। 1765 ਚੋਂ ਨਾ ਜੇ ਤੁਸੀਂ 57 ਸਬਟਰੈਕਟ ਕਰ ਲਓ ਤੇ ਉਹ 1708 ਬਣਦਾ। ਜਿਹੜਾ ਬਿਕਰਮੀ ਕੈਲੰਡਰ ਹੈ, ਜੋ ਰਾਜਾ ਬਿਕਰਮਾਜੀਤ ਨੇ ਬਣਾਇਆ ਸੀਗਾ, ਉਹ 57 ਸਾਲ ਅੱਗੇ ਸੀ, ਪਹਿਲੇ ਉਹ ਫੋਲੋ ਹੁੰਦਾ ਸੀ। ਪਰ ਹੁਣ ਅਸੀਂ ਆਫਟਰ ਦਾ ਡੈਥ ਆਫ ਕ੍ਰਾਈਸਟ AD ਵਾਲਾ ਫੋਲੋ ਕਰਦੇ ਹਾਂ, ਜਿਹਨੂੰ ਸੰਮਤ ਕਹਿੰਦੇ ਆ। ਹੁਣ 1708 ਬਣਦਾ, ਪਰ ਜੇ ਬਿਕਰਮੀ ਮੰਨੀਏ ਤਾਂ 1765 ਬਣਦਾ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 1708 ਅੱਜ ਵਾਲੇ ਦਿਨ, ਭਈਆ ਦੂਜ ਵਾਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 5 ਸਿੰਘਾਂ ਤੋਂ ਅਰਦਾਸ ਕਰਾ ਕੇ ਬੜਾ ਸ਼ੁੱਧ ਵਾਤਾਵਰਣ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਾ ਚੰਦਨ ਦਾ ਤਿਲਕ ਲਾਇਆ। ਖਾਲਸਾ ਜੀ ਅੱਜ ਸਾਡੇ ਅੰਦਰ ਇਹ ਬੜਾ ਪ੍ਰਚਾਰ ਹੈ, ਕਹਿੰਦੇ ਵੀ ਚੰਦਨ ਦਾ ਤਿਲਕ ਤੇ ਬਾਹਮਣ ਲਾਉਂਦੇ ਨੇ, ਸਿੱਖ ਨਹੀਂ ਲਾਉਂਦੇ। ਖਾਲਸਾ ਜੀ ਮੈਨੇ ਇੱਕ ਗੱਲ, ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਕਿਉਂਕਿ ਜਿਹੜੇ ਕੈਨੇਡਾ ਆਏ ਨੇ ਉਹ ਸਾਰੇ ਘੱਟੋ ਘੱਟ ਇਹ ਗੱਲ ਤੇ ਪੱਕੀ ਹੈ ਬਈ ਉਹ ਜਗਿਆਸੂ ਨੇ ਤੇ ਬੁੱਧੀ ਰੂਪ ਦੇ ਅੰਦਰ ਥੋੜੇ ਜਾਗੇ ਹੋਏ ਨੇ। ਜਿਹੜਾ ਨਾਰੀਅਲ ਹੈ ਉਹ ਕਿਤੇ ਬਾਹਮਣਾ ਦੇ ਘਰ ਲੱਗਦਾ, ਉਹ ਤੇ ਜੰਗਲ ਨੂੰ ਫਲ ਲੱਗਦਾ, ਪੇੜ ਨੂੰ, ਉਹਦਾ ਸਿੱਖਾਂ ਨਾਲ, ਹਿੰਦੂਆਂ ਨਾਲ, ਮੁਸਲਮਾਨਾਂ ਨਾਲ ਕੋਈ ਲਿੰਕ ਨਹੀਂ। ਉਹ ਇੱਕ ਫਲ ਹੈ ਜਿਹਦਾ ਨਾਮ ਸ਼੍ਰੀ ਫਲ ਹੈ। ਜਿਹੜਾ ਚੰਦਨ ਹੈ ਉਹ ਇੱਕ ਪੇੜ ਹੈ, ਉਹਦੇ ਤੇ ਸਾਰਿਆਂ ਦਾ ਉਨਾ ਹੀ ਹੱਕ ਹੈ ਜਿੰਨਾ ਹਿੰਦੂਆਂ ਦਾ, ਸਿੱਖਾਂ ਦਾ, ਮੁਸਲਮਾਨਾਂ ਦਾ। ਉਹ ਅਸੀਂ ਇੱਕ ਫਿਰਕੇ ਨੂੰ ਉੱਤੇ ਨਾ ਜੋੜ ਦਈਏ ਵੀ ਜੇ ਕਿਸੇ ਨੇ ਚੰਦਨ ਦਾ ਤਿਲਕ ਲਾਇਆ ਤੇ ਉਹ ਹਿੰਦੂ ਹੈ।
ਖਾਲਸਾ ਜੀ ਚੰਦਨ ਦਾ ਤਿਲਕ ਕੋਈ ਵੀ ਲਾ ਸਕਦਾ। ਸੋ ਮਹਾਰਾਜ ਨੇ ਚੰਦਨ ਦਾ ਤਿਲਕ ਲਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਅੱਜ ਵਾਲੇ ਦਿਹਾੜੇ ਵਾਲੇ ਦਿਨ ਦਿੱਤੀ। ਤੇ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਕਿਹਾ, ਖਾਲਸਾ ਜੀ ਸਾਰੀ ਸੰਗਤ ਤੁਹਾਡੇ ਤੋਂ ਬਾਅਦ ਮੱਥਾ ਟੇਕੇ ਗੁਰੂ ਗ੍ਰੰਥ ਸਾਹਿਬ ਨੂੰ। ਜਦੋਂ ਸੰਗਤ ਮੱਥਾ ਟੇਕ ਕੇ ਨਾ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਣ ਆਏ ਤੇ ਇੱਕ ਅਜੀਬ ਕੌਤਕ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਟੇਕਣ ਆਣ, ਪੈਰਾਂ ਤੇ ਹੱਥ ਲਗਾਣ ਤੇ ਹੱਥ ਫਰਸ਼ ਤੇ ਲੱਗ ਜਾਣ, ਪੈਰ ਹਾਥੀ 'ਚ ਨਾ ਆਣ ਕਲਗੀਧਰ ਪਾਤਸ਼ਾਹ ਦੇ। ਸੰਗਤਾਂ ਨੇ ਕਿਹਾ ਵੀ ਆਹ ਕੀ ਕੌਤਕ ਹੈ। ਮਹਾਰਾਜ ਨੂੰ ਕਹਿੰਦੇ, ਮਹਾਰਾਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਬਾਅਦ ਤੁਹਾਡੇ ਚਰਨਾਂ ਨੂੰ ਪਕੜਦੇ ਆਂ, ਪਰ ਤੁਹਾਡੇ ਚਰਨ ਤਾਂ ਹੱਥ 'ਚ ਨਹੀਂ ਆ ਰਹੇ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਹੁਣ ਖਾਲਸਾ ਜੀ ਸਮਝ ਜਾਓ, ਜਿਹੜਾ ਗੁਰਤਾ ਗੱਦੀ ਹੈ ਦਸਾਂ ਪਾਤਸ਼ਾਹੀਆਂ ਦੀ ਅਧਿਆਤਮਕ ਜੋਤ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਅੱਜ ਤੋਂ ਸਰੀਰ ਗੁਰੂ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੀ ਅਧਿਆਤਮਕ ਜੋਤ ਗੁਰੂ ਨੇ। ਤੇ ਜੇ ਪੰਜਾਂ ਪਿਆਰਿਆਂ ਨੂੰ ਤੁਸੀਂ ਮੱਥਾ ਟੇਕੋਗੇ, ਉਹ ਮੱਥਾ ਵੀ ਸਾਡੇ ਤੱਕ ਪਹੁੰਚੇਗਾ, ਕਿਉਂਕਿ ਖਾਲਸੇ ਨੂੰ ਗੁਰਤਾ ਗੱਦੀ ਚਮਕੌਰ ਦੀ ਧਰਤੀ ਦੇ ਉੱਤੇ ਅਸੀਂ ਦਿੱਤੀ ਹੈ, ਜਦੋਂ ਭਾਈ ਸੰਗਤ ਸਿੰਘ ਦੇ ਸੀਸ ਤੇ ਕਲਗੀ ਲਾਈ ਹੈ। ਸੋ ਜਦੋਂ ਮਹਾਰਾਜ ਦੀ ਅਰਦਾਸ ਹੋ ਗਈ, ਸੰਗਤਾਂ ਨੇ ਮੱਥਾ ਟੇਕਿਆ, ਹੁਣ ਹੁਕਮਨਾਮਾ ਲਿਆ ਤੇ ਪਹਿਲੀ ਵਾਰੀ ਹੁਕਮਨਾਮਾ ਆਇਆ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਨਗਰ ਦਾ ਨਾਮ ਵੀ ਅਬਚਲ ਨਗਰ ਰੱਖ ਦਿੱਤਾ। ਹੁਣ ਤੁਸੀਂ ਹਜੂਰ ਸਾਹਿਬ ਜਾਂਦੇ ਹੋ, ਸਾਰੀ ਸੰਗਤ ਕਹਿੰਦੀ ਹੈ, ਕਿਉਂਕਿ ਸਾਨੂੰ ਆ ਕੇ ਸਾਰੇ ਦੱਸਦੇ ਨੇ ਨਾ, ਕਹਿੰਦੇ ਬਾਬਾ ਜੀ ਉੱਥੇ ਆਨੰਦ ਜਿੰਨਾ ਆਂਦਾ ਨਾ ਹਜੂਰ ਸਾਹਿਬ, ਹੋਰ ਕਿਤੇ ਵੀ ਆਨੰਦ ਨਹੀਂ ਆਂਦਾ। ਕਿਉਂ? ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਉੱਥੇ ਮਰਿਆਦਾ ਸਾਂਭੀ ਹੋਈ ਹੈ, ਸਾਰੀਆਂ ਮਰਿਆਦਾ ਉੱਥੇ ਸਾਂਭੀਆਂ ਹੋਈਆਂ ਨੇ, ਜਿਸ ਤੇ ਅੱਜ ਕੋਈ ਕਿੰਤੂ ਪਰੰਤੂ ਕਰੀ ਜਾਏ, ਪਰ ਖਾਲਸਾ ਜੀ ਉਹ ਮਰਿਆਦਾ ਉੱਥੋਂ ਅਲੋਪ ਨਹੀਂ ਹੋ ਸਕਦੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਅੱਠੇ ਪੈਰੀ ਉੱਤੇ ਪ੍ਰਤੱਖ ਪੈਰਾ ਹੈ। ਇੱਕ ਹੋਰ ਖਾਲਸਾ ਜੀ ਬੜੀ ਦੇਖੋ ਗੱਲਾਂ ਚੋਂ ਗੱਲ ਨਿਕਲ ਆਂਦੀ ਹੈ, ਗੁਰੂ ਨਾਨਕ ਕੀ ਬਾਤ ਬਾਤ ਮੇਂ ਬਾਤ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਤਕਰੀਬਨ 2,5-3 ਹਜ਼ਾਰ ਸ਼ਸਤਰ, ਜਿਹੜਾ ਮਹਾਰਾਜ ਦਾ ਕਮਰਾ ਜਿੱਥੇ ਬਾਬਾ ਕੁਲਵੰਤ ਸਿੰਘ ਜੀ ਕਮਰ ਕੱਸਾ ਤਿਆਰ ਕਰਦੇ ਨੇ, ਸਵੇਰੇ 2:45 ਵਜੇ ਤੋਂ ਲੈ ਕੇ ਖਾਲਸਾ ਜੀ ਅਰਦਾਸ ਤੱਕ 6:45 ਤੱਕ 4 ਘੰਟੇ ਲੱਗਦੇ ਨੇ। 2,500 ਸ਼ਸਤਰ ਕੱਢ ਕੇ ਦੁਬਾਰਾ ਵਾਪਸ ਪ੍ਰਕਾਸ਼ ਕਰਨਾ। ਉਹਦੇ ਅੰਦਰ ਇੱਕ ਮਹਾਰਾਜ ਦੀ ਕਰਾਮਾਤੀ ਕਿਰਪਾਨ ਹੈ, ਉਹਦਾ ਨਾਮ ਹੀ ਕਰਾਮਾਤੀ ਕਿਰਪਾਨ ਹੈ। ਉਹ ਕਰਾਮਾਤੀ ਕਿਰਪਾਨ ਨਾ ਸ਼ਸਤਰਾਂ ਦੇ ਅੰਦਰੋਂ ਥੱਲੇ ਰੱਖ ਦਿੱਤੀ ਜਾਂਦੀ ਹੈ, ਪਰ ਜਦੋਂ ਕਮਰਾ ਬੰਦ ਹੋ ਕੇ ਅਰਦਾਸ ਤੋਂ ਬਾਅਦ ਕਮਰਾ ਖੋਲਿਆ ਜਾਂਦਾ ਹੈ, ਉਹ ਕਿਰਪਾਨ 400 ਸਾਲਾਂ ਦੀ ਦੁਬਾਰਾ ਫੇਰ ਸਾਰੇ ਸ਼ਸਤਰਾਂ ਤੋਂ ਆ ਕੇ ਉੱਤੇ ਪ੍ਰਕਾਸ਼ ਹੋ ਜਾਂਦੀ ਹੈ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ ਅੱਜ ਕਈ ਲਾਣਾ ਕਹਿੰਦਾ ਵੀ ਕਰਾਮਾਤ ਦਿਖਾਓ, ਦੇਖਣੀ ਹੈ ਕਰਾਮਾਤ ਹਜੂਰ ਸਾਹਿਬ ਜਾ ਕੇ ਦੇਖ ਲਓ। ਉਹ ਖਾਲਸਾ ਜੀ ਤੁਸੀਂ YouTube ਤੇ ਵੀ ਦੇਖ ਸਕਦੇ ਹੋ। ਦੀਵਾਲੀ ਵਾਲੇ ਦਿਨ ਜਦੋਂ ਤਖਤ ਇਸ਼ਨਾਨ ਹੁੰਦਾ ਹੈ ਤੇ ਸਾਰੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ, ਤੇ ਉਹ ਸ਼ਸਤਰਾਂ ਦੇ ਅੰਦਰ ਉਹ ਕਰਾਮਾਤੀ ਕਿਰਪਾਨ ਵੀ ਮਹਾਰਾਜ ਦੀ ਦਿਖਾਈ ਜਾਂਦੀ ਹੈ, ਜਿਹਨਾਂ ਨੂੰ ਥੱਲੇ ਪ੍ਰਕਾਸ਼ ਕੀਤਾ ਪਰ ਉਹ ਸਾਰਿਆਂ ਤੋਂ ਉੱਤੇ ਆ ਜਾਂਦੀ ਹੈ, ਤਾਂ ਉਹਦਾ ਨਾਮ ਕਰਾਮਾਤੀ ਕਿਰਪਾਨ ਹੈ। ਸੋ ਰਹੋ ਵਿਚਾਰ, ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਵਾਲੇ ਦਿਨ ਖਾਲਸੇ ਨੂੰ ਆਪਣੇ ਸਰੀਰ ਨਾਲੋਂ ਮਹਾਰਾਜ ਕਹਿੰਦੇ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ, 5 ਪੈਸੇ ਤੇ ਨਾਰੀਅਲ ਭੇਟਾ ਕਰਕੇ ਸ੍ਰੀ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਪੰਚਮੀ ਵਾਲੇ ਦਿਨ 2 ਦਿਨ ਬਾਅਦ ਮਹਾਰਾਜ ਆਪ ਸਣੇ ਘੋੜੇ ਸੱਚਖੰਡ ਨਿਵਾਸੇ। ਖਾਲਸਾ ਜੀ ਲੜੀਵਾਰ ਕਥਾ ਨਹੀਂ ਹੋ ਪਾਈ ਕਿਉਂਕਿ ਸਮਾਂ ਵਧੇਕ ਹੋ ਗਿਆ ਤੇ ਗੁਰੂ ਕੇ ਰਾਗੀ ਸਿੰਘ ਭਾਈ ਸੁਰਿੰਦਰ ਸਿੰਘ ਜੀ ਦਾ ਜੱਥਾ ਆ ਗਿਆ। ਹੁਣ ਅਸੀਂ ਕੀਰਤਨ ਸਰਵਣ ਕਰੀਏ ਤੇ ਲੜੀਵਾਰ ਕਥਾ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਕੱਲ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ। ਸਮੇਂ ਦੀ ਵਧੇਕ ਦੀ ਖਾਲਸਾ ਜੀ ਮਾਫੀ ਹੈ, ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੈ। हे गुरु